ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 13 ਤਰੀਕ ਆ ਤੇ ਜਿਹੜਾ ਦਿਨ ਹੈਗਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਲਾ ਸਿੰਘ ਪਵਾਰ ਔਰੰਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਹਾਊਸ ਸਪੀਕਰ ਮਾਈਕ ਜੌਨਸਨ ਆ ਉਹ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿੰਨੀ ਜਲਦੀ ਜਿਹੜੀ ਆ ਹਾਊਸ ਦੀ ਵੋਟ ਖਾਸ ਕਰਕੇ ਜੈਫਰੀ ਐਪਸਟਾਈਨ ਦੀ ਫਾਈਲਸ ਨੂੰ ਲੈ ਕੇ ਆ ਉਹ ਪਵਾਈ ਜਾ ਸਕੇ ਤਾਂ ਕਿ ਜਿਹੜੇ ਆ ਇਹਨਾਂ ਨੂੰ ਰਿਲੀਜ਼ ਕੀਤਾ ਜਾ ਸਕੇ। ਕੈਲਕੂਲੇਸ਼ਨਸ ਉਹ ਆਪਣੀਆਂ ਕਰ ਰਹੇ ਆ, ਇਹ ਪਾਸ ਹੋਊਗਾ ਜਾਂ ਨਹੀਂ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਡਿਫੈਕਟ ਕਰ ਗਏ ਆ, ਖਾਸ ਕਰਕੇ ਇਹਨਾਂ ਫਾਈਲਸ ਨੂੰ ਲੈ ਕੇ ਉਹ ਡੈਮੋਕ੍ਰੇਟਸ ਦਾ ਸਾਥ ਦੇ ਰਹੇ ਹੈਗੇ ਆ। ਹਾਊਸ ਜੀਪੀਓ ਲੀਡਰਸ ਜੋ ਆ ਕਾਫੀ ਨੰਬਰ ਆ ਉਹਨਾਂ ਦਾ ਰਿਪਬਲਿਕਨਸ ਦਾ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲੋਂ ਟੁੱਟ ਕੇ ਬਾਈ ਪਾਰਟੀਸ਼ਨ ਬਿੱਲ ਜਿਸ ਨੂੰ ਥਾਮਸ ਮੈਸੀ ਤੇ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਰੋ ਖੰਨਾ ਹੁਣੀ ਲੈ ਕੇ ਆ ਰਹੇ ਆ ਤੇ ਉਹਦਾ ਜਿਹੜਾ ਸਾਥ ਆ ਉਹ ਦੇ ਰਹੇ ਹੈਗੇ ਆ। ਜੀ ਬਿਲਕੁਲ। ਉੱਦਾਂ ਰਾਸ਼ਟਰਪਤੀ ਟਰੰਪ ਘੰਟਿਆਂ ਬਾਅਦ ਦੀ ਪ੍ਰੈਸ ਕਾਨਫਰੰਸ ਕਰਦੇ ਆ। ਕੱਲ੍ਹ ਜਦ ਦੁਬਾਰਾ ਸ਼ਟਡਾਊਨ ਖੋਲ੍ਹਣ ਵਾਲੇ ਬਿੱਲ ਦੇ ਉੱਤੇ ਸਾਈਨ ਕੀਤੇ ਸੀ, ਉਸ ਤੋਂ ਬਾਅਦ ਦੇ ਵਿੱਚ ਬਗੈਰ ਪੱਤਰਕਾਰਾਂ ਦੇ ਜਿਹੜੇ ਸਵਾਲ ਲਏ, ਜਦੋਂ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਨਾਮ ਐਪਸਟੀਨ ਫਾਈਲਸ ਦੇ ਵਿੱਚ ਆ ਗਿਆ, ਉਹ ਜਿਹੜੀਆਂ ਹੋਰ ਫਾਈਲਾਂ 'ਚ ਹੁਣ ਕਈ ਕੁਛ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆ ਰਹੀਆਂ ਆ, ਉਹ ਜਿਹੜੇ ਸਵਾਲਾਂ ਦੇ ਜਵਾਬ ਨਾ ਦੇਣ ਖਾਤਰ ਕੋਈ ਵੀ ਜਿਹੜੇ ਸਵਾਲ ਆ ਉਹਨਾਂ ਨੇ ਜਿਹੜੇ ਉਹ ਲਏ ਨਹੀਂ ਹੈਗੇ। ਸੋ ਇਸ ਚੀਜ਼ ਦੇ ਵਿੱਚ ਕਸੂਤੇ ਫਸ ਰਹੇ ਆ। ਵਾਈਟ ਹਾਊਸ ਇਸ ਨੂੰ ਸਪਿਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਹਿੰਦੇ ਜੀ ਟਰੰਪ ਹੁਣਾਂ ਦੇ ਜਿਹੜਾ ਏਜੰਡਾ ਆ, ਜੋ ਉਹਨਾਂ ਨੇ ਕੰਮ ਕੀਤੇ ਆ, ਉਹਨਾਂ ਤੋਂ ਧਿਆਨ ਭਟਕਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਅਤੇ ਇਹਦੇ ਵਿੱਚ ਜਿਹੜਾ ਹੁਣ ਰੀਸੈਂਟਲੀ ਹਰਜੋਤ ਸਿੰਘ ਜੀ ਜਿਹੜੀ ਮੈਕਸਵੈਲ ਜਿਹੜੀ ਗੈਸਲੀਨ ਮੈਕਸਵੈਲ ਆ, ਉਸ ਨੂੰ ਇੱਕ ਲੋ ਸਿਕਿਉਰਿਟੀ ਜੇਲ੍ਹ ਦੇ ਵਿੱਚ ਘੱਲਿਆ ਗਿਆ। ਉਹਨੇ ਇਹ ਕਿਹਾ ਸੀਗਾ ਵੀ ਟਰੰਪ ਹੁਣਾਂ ਦਾ ਨਾਮ ਨਹੀਂ ਹੈਗਾ, ਪਰ ਇਹ ਤਾਂ ਹੁਣ ਜਿਹੜੀਆਂ ਈਮੇਲਸ ਆ ਇਸ ਦੇ ਵਿੱਚ ਸਪਸ਼ਟ ਉਹਨਾਂ ਦਾ ਨਾਮ ਜਿਹੜਾ ਉਹ ਆ ਰਿਹਾ। ਸੋ ਲੱਗਦਾ ਵੀ ਉਹ ਉਸ ਨੂੰ ਇਸ ਤਰੀਕੇ ਦਾ ਬਿਆਨ ਦੇਣ ਖਾਤਰ ਵੀ ਜਿਹੜੀ ਹਾਈ ਸਿਕਿਉਰਿਟੀ ਪ੍ਰਿਜ਼ਨ ਤੋਂ ਜਿਹੜੀ ਲੋ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਤਬਦੀਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ। ਸੋ ਇਹ ਡੀਲ ਇਹਦੇ ਵਿੱਚ ਤਾਂ ਨਹੀਂ ਹੋਈ। ਇਸ ਦੇ ਜਿਹੜੇ ਹੁਣ ਵੱਡੇ ਜਿਹੜੇ ਇਸ ਟਾਈਮ ਸਵਾਲ ਨਾਲ ਦੇ ਨਾਲ ਚੱਲ ਰਹੇ ਆ, ਸੋ ਘਿਰ ਰਹੇ ਨੇ ਇਸ ਦੇ ਵਿੱਚ ਕਿੱਦਾਂ ਨਿਕਲ ਸਕਣਗੇ, ਜਾਂ ਇਸ ਦੇ ਵਿੱਚ ਸੱਚਾਈ ਹੋਰ ਕਿਹੜੀਆਂ ਜਿਹੜੀਆਂ ਇਸ ਦੇ ਵਿੱਚ ਬਾਹਰ ਆਉਣਗੀਆਂ, ਉਹ ਦੇਖਣ ਵਾਲੀ ਜਿਹੜੀ ਗੱਲ ਨਾਲ ਰਹੇਗੀ। ਅਗਲੀ ਖਬਰ ਵੱਲ ਚੱਲੀਏ। ਜਸਟਿਸ ਡਿਪਾਰਟਮੈਂਟ ਨੇ GOP ਦਾ ਜਿਹੜਾ ਲਾਸੂਟ ਆ ਉਹ ਫਾਈਲ ਕਰ ਦਿੱਤਾ ਹੈਗਾ ਤਾਂ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰੋਪੋਜੀਸ਼ਨ 50 ਦਾ ਮੈਪ ਨਵਾਂ ਬਣਿਆ ਆ ਉਸ ਨੂੰ ਰੋਕਿਆ ਜਾ ਸਕੇ। ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਇਹ ਲਾਸੂਟ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਫਾਈਲ ਕੀਤਾ ਗਿਆ ਆ। 2026 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ, ਕਹਿੰਦੇ ਵੀ ਕੈਲੀਫੋਰਨੀਆ ਡੈਮੋਕ੍ਰੇਟਸ ਓਪਨਲੀ ਜੈਰੀਮੈਂਡਰਿੰਗ ਕਰ ਰਹੇ ਆ। ਇਸ ਕੇਸ ਦੇ ਵਿੱਚ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਕਹਿੰਦੇ ਵੀ ਦਿਸ ਇਜ਼ ਇਮੋਰਲ ਐਂਡ ਇਲੀਗਲ। ਪ੍ਰੋਪੋਜੀਸ਼ਨ 50 ਓਵਰਵੈਲਮਿੰਗਲੀ ਪਾਸ ਹੋ ਗਈ ਸੀ, 64% ਵੋਟਾਂ ਨੇ ਪਾਸ ਕੀਤੀ ਸੀ, ਜਿਹਦਾ ਕ੍ਰੈਡਿਟ ਗੈਬਨ ਨਿਊਸਮ ਹੁਣੀ ਲੈ ਰਹੇ ਹੈਗੇ ਆ ਤੇ ਉਹ ਹੁਣ ਉਹਨਾਂ ਬਹੁਤ ਜਲਦੀ ਅਨਾਉਂਸ ਵੀ ਕਰਨ ਜਾ ਰਹੇ ਆ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਹਾਂਜੀ, ਸੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇੱਕ ਵਾਰੀ ਰਹਿ ਚੁੱਕੇ ਆ। ਇਹਨਾਂ ਨੇ ਪਿਛਲੀ ਵਾਰੀ ਵੀ ਜਿਹੜੀ ਉਹ ਟਰਾਈ ਕੀਤੀ ਸੀ, ਇਸ ਵਾਰੀ ਨਹੀਂ, ਉਸ ਤੋਂ ਪਿਛਲੀ ਵਾਰੀ 2016 ਦੇ ਜਿਹੜੇ ਉਹ ਵੇਲੇ ਵੀ ਤੇ ਮਸ਼ਾਲ ਜਿਹੜੀ ਉਹ ਕਹਿੰਦੇ ਵੀ ਅੱਗੇ ਵਧਾਉਣੀ ਚਾਹੀਦੀ, ਫੜਾਉਣੀ ਚਾਹੀਦੀ ਆ। ਸੋ ਉਸ ਚੀਜ਼ ਦਾ ਕਾਫੀ ਮੀਮ ਵਗੈਰਾ ਵੀ ਜਿਹੜੇ ਉਹ ਬਣਦੇ ਰਹੇ ਸੀ ਐਰਿਕ ਸਵੈਲਵੈਲ ਨੂੰ ਜਿਹੜਾ ਉਹ ਲੈ ਕੇ। ਸੋ ਇਹ ਦੇਖਣ ਵਾਲੀ ਗੱਲ ਹੋਊਗਾ। ਜਿਹੜੇ ਆਪਣੇ ਮੌਜੂਦਾ ਰਾਸ਼ਟਰਪਤੀ ਆ, ਉਹ ਆਪ ਜਿਹੜੇ ਹਰਜੋਤ ਸਿੰਘ ਜੀ ਫਾਈਨੈਂਸ਼ੀਅਲ ਫਰਾਡ ਦੇ ਵਿੱਚ ਕਨਵਿਕਟਡ ਨੇ, ਦੋਸ਼ੀ ਸਾਬਤ ਜਿਹੜੇ ਹੋਏ ਆ। ਤੇ ਹੁਣ ਐਰਿਕ ਸਵੈਲਵੈਲ ਨੇ ਇਹ ਬਿਆਨ ਦਿੱਤਾ ਵੀ ਕਹਿੰਦੇ ਵੀ ਮੈਂ ਤਾਂ ਹੈਰਾਨ ਆ ਵੀ ਮੇਰੇ ਤੇ ਅਜਿਹੇ ਦੋਸ਼ ਲਿਆਉਣ ਦੇ ਵਿੱਚ ਜਾਂ ਵੈਂਡੇਟਾ ਜਿਹੜਾ ਉਹ ਕੱਢਣ ਦੇ ਲਈ ਇੰਨਾ ਵਕਤ ਇਹਨਾਂ ਨੇ ਜਿਹੜਾ ਉਹ ਕਿਉਂ ਲਾ ਦਿੱਤਾ। ਆਪਾਂ ਨੂੰ ਇਹ ਵੀ ਪਤਾ ਵੀ ਜਿਹੜੀ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਨਟੀਸ਼ਾ ਜੇਮਸ ਆ, ਉਸ ਦੇ ਉੱਤੇ ਵੀ ਮਾਰਗੇਜ ਫਰਾਡ ਦੀਆਂ ਜਿਹੜੀਆਂ ਐਲੀਗੇਸ਼ਨਸ ਆ ਉਹ ਲਾ ਕੇ ਉਹਨਾਂ ਉੱਤੇ ਕੇਸ ਜਿਹੜਾ ਆ ਉਹ ਇਸ ਟਾਈਮ
ਚਲਾਇਆ ਜਿਹੜਾ ਉਹ ਜਾ ਰਿਹਾ ਆ। ਸੋ ਫੈਡਰਲ ਹਾਊਸਿੰਗ ਫਾਈਨੈਂਸਿੰਗ ਏਜੰਸੀ, ਜਿਸ ਨੂੰ ਜਿਹੜੇ ਇਸ ਟਾਈਮ ਬਿਲ ਪੁਲਟ ਉਹ ਹੈਡ ਕਰ ਰਹੇ ਆ, ਉਹਨਾਂ ਨੇ ਜਿਹੜੀ ਚਿੱਠੀ ਜਿਹੜੀ ਆ ਉਹ ਘੱਲ ਦਿੱਤੀ ਹੈ ਜਸਟਿਸ ਡਿਪਾਰਟਮੈਂਟ ਨੂੰ। ਤੇ ਜਿਹੜੇ ਜਸਟਿਸ ਡਿਪਾਰਟਮੈਂਟ ਆ, ਐਰਿਕ ਸਵੈਲਵੈਲ ਦੇ ਉਲਟ ਜਿਹੜੇ ਚਾਰजेस ਆ ਉਹ ਹੁਣ ਇਸ ਤਰੀਕੇ ਦੇ ਫੈਡਰਲ ਕ੍ਰਿਮੀਨਲ ਜਿਹੜੀ ਪ੍ਰੋਬ ਆ, ਇਨਵੈਸਟੀਗੇਸ਼ਨ ਆ, ਉਹ ਇਹਨਾਂ ਦੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਚੌਥੇ ਡੈਮੋਕ੍ਰੇਟ ਅਧਿਕਾਰੀ ਨੇ ਜਿਨ੍ਹਾਂ ਨੂੰ ਜਿਹੜੇ ਫਾਈਨੈਂਸ਼ੀਅਲ ਫਰਾਡ, ਜਿਹੜੀ ਮਾਰਗੇਜ ਫਰਾਡ ਦੀਆਂ ਜਿਹੜੀਆਂ ਐਲੀਗੇਸ਼ਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀਆਂ ਉਹ ਲਗਾਈਆਂ ਗਈਆਂ ਹੈਗੀਆਂ ਆ। ਸੋ ਇਹ ਇੱਕ ਹਿਸਾਬ ਦੇ ਨਾਲ, ਜਿੱਦਾਂ ਹਰਜੋਤ ਸਿੰਘ ਜੀ ਆਪਾਂ ਨੂੰ ਪਤਾ ਵੀ ਉੱਥੇ ਜਿਸ ਮੁਲਕ ਤੋਂ ਆਪਾਂ ਆਏ ਆ ਵੀ ਉੱਥੇ ਪੁਲਿਸ ਵਾਲਿਆਂ ਦਾ ਪੱਕਾ ਹੁੰਦਾ, ਇੱਧਰੋਂ ਖੱਬੇ ਭੱਜੇ ਉੱਧਰੋਂ ਸੱਜੇ ਭੱਜੇ, ਅੱਗੇ ਪੁਲਿਸ ਨੇ ਫੜ ਲਿਆ, ਇੱਦਾਂ ਉਹ ਕਰ ਲਿਆ। ਸੋ ਉਸ ਤਰੀਕੇ ਦਾ ਇੱਕ ਜਿਹੜਾ ਰੋਡ ਮੈਪ ਆ ਉਸ ਦੀ ਵਰਤੋਂ ਜਿਹੜੀ ਆ ਮੌਜੂਦਾ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਸ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਇਹ ਵੀ ਦੱਸਦੇ ਇਹ ਜਿਹੜੇ ਐਰਿਕ ਸਵੈਲਵੈਲ ਆ ਬੇ ਏਰੀਏ ਤੋਂ ਹੈਗੇ ਆ, ਕੈਸਟਰੋ ਵੈਲੀ ਤੋਂ, ਕਾਂਗਰਸਮੈਨ ਕਾਫੀ ਲੰਮੇ ਸਮੇਂ ਤੋਂ, ਹੁਣ ਮੇਰੇ ਖਿਆਲ ਨਾਲ 12 ਸਾਲ ਹੀ ਹੋ ਚੱਲੇ ਆ। ਉਹਨਾਂ ਨੇ ਉਹ ਵੀ ਅਨਾਉਂਸ ਕਰਨ ਜਾ ਰਹੇ ਬਹੁਤ ਜਲਦੀ ਵੀ ਉਹ ਕੈਲੀਫੋਰਨੀਆ ਦੇ ਡੈਮੋਕ੍ਰੇਟਿਕ ਕੈਂਡੀਡੇਟ ਵੀ ਹੋਣਗੇ। ਉਸ ਟਾਈਮ ਦੇ ਉੱਤੇ ਜਦੋਂ ਐਲੈਕਸ ਪਡੀਆ ਉਹਨਾਂ ਨੇ ਨਾ ਕਰ ਦਿੱਤੀ ਹੈਗੀ ਆ, ਇਸੇ ਤਰ੍ਹਾਂ ਕਮਲਾ ਹੈਰਿਸ ਨੇ ਵੀ ਨਾ ਕਰ ਦਿੱਤੀ ਹੈਗੀ ਆ। ਸੋ ਐਰਿਕ ਸਵੈਲਵੈਲ ਉਹਨਾਂ ਦੀ ਪੋਜੀਸ਼ਨ ਕਾਫੀ ਸਟਰੋਂਗ ਹੋ ਸਕਦੀ ਆ ਕੈਲੀਫੋਰਨੀਆ ਦੇ ਗਵਰਨਰ ਦੇ ਲਈ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਤਕੜੇ ਕ੍ਰਿਟਿਕ ਜਾਣੇ ਜਾਂਦੇ ਆ, ਕਾਫੀ ਜ਼ਿਆਦਾ ਜਿਹੜਾ ਤਵਾ ਆ ਇਹ ਟਰੰਪ ਉਹਨਾਂ ਦੇ ਉੱਤੇ ਲਾਉਂਦੇ ਹੈਗੇ। ਇਹਨਾਂ ਦੀ ਘਰ ਵਾਲੀ ਨੂੰ ਲੈ ਕੇ ਬੜਾ ਰੌਲਾ ਪੈਂਦਾ ਹੈ, ਗਰਲਫ੍ਰੈਂਡ ਨੂੰ ਲੈ ਕੇ ਵੀ ਉਹ ਸਪਾਈ ਸੀਗੀ, ਉਹ ਜਸੂਸ ਸੀਗੀ। ਸੋ ਇੱਕ ਇਨਵੈਸਟੀਗੇਸ਼ਨ ਆ ਉਹ ਵੀ ਜਿਹੜੀਆਂ ਸਵੈਲਵੈਲ ਦੇ ਉਲਟ ਜਿਹੜੀਆਂ ਉਹ ਚੱਲੀਆਂ ਜਿਹੜੀਆਂ ਉਹ ਸੀਗੀਆਂ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਇਹ ਖੁਦ ਆਪ ਵੀ ਪ੍ਰੋਸੀਕਿਊਟਰ ਰਹੇ ਨੇ। ਸੋ ਵਕਾਲਤ ਜਿਹੜੀ ਇਹਨਾਂ ਨੇ ਐਰਿਕ ਸਵੈਲਵੈਲ ਨੇ ਜਿਹੜੀ ਉਹ ਕੀਤੀ ਆ। 2016 ਦੀ ਜਿਹੜੀ ਰਸ਼ੀਅਨ ਮੈਡਲਿੰਗ ਦਾ ਜਿਹੜਾ ਰੌਲਾ ਪਿਆ ਸੀਗਾ, ਇਹ ਉਹਨਾਂ ਆਵਾਜ਼ਾਂ ਦੇ ਵਿੱਚੋਂ ਇੱਕ ਸੀਗੇ ਜਿਨ੍ਹਾਂ ਨੇ ਟਰੰਪ ਹੋਣਾ ਦੇ ਉਲਟ ਇੰਪੀਚਮੈਂਟ ਪ੍ਰੋਸੀਡਿੰਗਸ ਦੇ ਵਿੱਚ ਵੀ ਜਿਹੜੀ ਭੂਮਿਕਾ ਆ ਉਸ ਟਾਈਮ ਦੇ ਉੱਤੇ ਨਿਭਾਈ ਜਿਹੜੀ ਉਹ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਹੈਗੀਆਂ ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਕਿਹੜੇ ਲੋਕ ਜਿਹੜੇ ਆ ਉਹ ਇਨਵੋਲਵ ਹੋਏ ਹੈਗੇ ਆ ਇਸ ਪ੍ਰੋਬ ਦੇ ਵਿੱਚ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਪੋਲੀਟੀਕਲ ਕਰਪਸ਼ਨ ਕੇਸ ਕਾਫੀ ਜ਼ਿਆਦਾ ਜਿਹੜੇ ਆ ਉਹ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਜਿਹੜੇ ਐਸੋਸੀਏਟਸ ਆ ਉਹਨਾਂ ਦੇ ਉੱਤੇ ਜਿਹੜੇ ਚਲਾਏ ਜਾ ਰਹੇ ਹੈਗੇ ਆ। ਸਭ ਤੋਂ ਪਹਿਲਾਂ ਤਾਂ ਚੀਫ ਆਫ ਸਟਾਫ ਡਾਨਾ ਵਿਲੀਅਮਸਨ, ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ, ਉਹਦੇ ਤੇ 23 ਕਾਊਂਟਸ ਲਾਏ ਗਏ ਹੈਗੇ ਆ। ਹਾਲਾਂਕਿ ਉਹਨਾਂ ਨੇ ਨਾਟ ਗਿਲਟੀ ਜਿਹੜਾ ਪਲੀਆ ਕੀਤਾ ਹੈਗਾ। ਡਾਨਾ ਵਿਲੀਅਮਸਨ ਲੌਂਗ ਟਾਈਮ ਡੈਮੋਕ੍ਰੇਟ ਆ, ਕੈਲੀਫੋਰਨੀਆ ਦੀ ਕੈਪੀਟਲ 'ਚ ਪਹਿਲਾਂ ਗਵਰਨਰ ਗੇਰੀ ਡੇਵਿਸ ਉਹਨਾਂ ਦੇ ਨਾਲ, ਫਿਰ ਕੈਬਨਿਟ ਸੈਕਟਰੀ ਵੀ ਰਹੀ ਆ ਗਵਰਨਰ ਜੈਰੀ ਬਰਾਊਨ ਦੀ, ਤੇ ਜ਼ੇਵੀਅਰ ਬਸੈਰਾ ਉਹਨਾਂ ਦੀ ਕੈਂਪੇਨ ਮੈਨੇਜਰ ਵੀ ਰਹੀ ਹੈਗੀ ਆ। ਤੇ ਹੁਣ ਉਹ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਦੀ ਵੀ ਜਿਹੜੀ ਆ ਬਹੁਤ ਹੀ ਨਜ਼ਦੀਕੀ ਸਾਥੀ, ਚੀਫ ਆਫ ਸਟਾਫ ਵੀ ਰਹੀ ਆ। ਇਸ ਤੋਂ ਬਿਨਾਂ ਸ਼ਾਨ ਮਿਕੁਲ ਸੀ, ਇਹ ਵੀ ਚੀਫ ਆਫ ਸਟਾਫ ਜ਼ੇਵੀਅਰ ਬਸੈਰਾ ਦੇ। ਇਹਨਾਂ ਦੇ ਉੱਤੇ ਵੀ ਜਿਹੜੇ ਚਾਰजेस ਲਾਏ ਗਏ ਆ। ਗ੍ਰੈਗ ਕੈਂਪਬਲ, ਇਹ ਵੀ ਇੱਕ ਵੈਲ ਕਨੈਕਟਡ ਲੌਬੀਇਸਟ ਤੇ ਕੰਸਲਟੈਂਟ ਹੈਗਾ। ਇਹਦੀ ਜਿਹੜੀ ਕੈਂਪੇਨ ਫਾਈਨਾਂਸ ਡਾਟਾ ਸ਼ੋ ਕਰਦੇ ਆ ਵੀ ਇਹਦੇ ਕਲਾਇੰਟਸ ਜਿਹੜੇ ਆ ਕਾਫੀ ਲੰਮੇ ਆ। ਮੇਜਰ ਲੀਗ ਬੇਸਬਾਲ, ਐਮਾਜ਼ੋਨ, ਟਿਕਟੌਕ, PG&E, ਡਰਾਫਟ ਕਿੰਗਸ, ਯੂਨਾਈਟਿਡ ਹੈਲਥ ਕੇਅਰ ਸਰਵਿਸਿਜ਼, ਸਿਟੀ ਆਫ ਫ੍ਰਿਜ਼ਨੋ ਨੇ ਇਹਨਾਂ ਦਾ ਕੰਟਰੈਕਟ ਕੈਂਸਲ ਕਰ ਦਿੱਤਾ ਸਰਮੇਕੀਨ ਵੈਲੀ ਸਨ ਦੇ ਮੁਤਾਬਕ। ਅਲੈਕਸਿਸ ਪੋਡੈਸਟਾ, ਇਹ ਅਟਾਰਨੀ ਆ, ਤੇ ਇਹਦੇ ਉੱਤੇ ਵੀ ਇਹਨਾਂ ਦੇ ਉੱਤੇ ਵੀ ਜਿਹੜੇ ਚਾਰਜ ਆ ਉਹ ਲਾਏ ਗਏ ਹੈਗੇ ਆ। ਸੋ ਕਾਫੀ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਹਾਈ ਅਪਸ ਹੈਗੇ ਆ ਇਨ ਪੋਲਿਟਿਕਸ ਦੇ ਵਿੱਚ, ਉਹਨਾਂ ਦੇ ਉੱਤੇ ਵੱਖ-ਵੱਖ ਜਿਹੜੇ ਚਾਰजेस ਆ ਕਰਪਸ਼ਨ ਦੇ ਲਾਏ ਗਏ ਹੈਗੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਅਪੀਲ ਕੋਰਟ ਆ ਉਹਨਾਂ ਨੇ ਜਿਹੜਾ ਇੱਕ ਆਰਡਰ ਫਾਈਲ ਕੀਤਾ, ਜਿੱਦਾਂ ਆਪਾਂ ਨੂੰ ਪਤਾ ਵੀ ਨਾਨ ਡੋਮਿਸਾਈਲਡ ਸੀਡੀਅਲਸ ਨੂੰ ਲੈ ਕੇ ਇੱਕ ਟੈਂਪਰੇਰੀ ਸਟੇ ਦੀ ਜਿਹੜੀ ਗੱਲ ਹੋਈ ਸੀ। ਸੋ ਅੱਜ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਅਪੀਲ ਕੋਰਟ ਆ ਉਹਨਾਂ ਨੇ ਜਿਹੜੀ ਸਟੇ ਆ ਉਸ ਦਾ ਐਲਾਨ ਕਰ ਦਿੱਤਾ ਆ। ਹੋਰਜੇ ਰਿਵੇਰਾ ਨੇ ਜਿਹੜਾ FMCSA ਦੇ ਉਲਟ ਕੇਸ ਲਿਆਂਦਾ ਸੀਗਾ। ਯੂਨਾਈਟਿਡ ਸਟੇਟ ਕੋਰਟ ਆਫ ਅਪੀਲਸ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਨੇ ਜਿਹੜੀ ਸਤੰਬਰ ਦੀ ਟਰਮ ਦੇ ਵਿੱਚ ਅੱਜ 13 ਨਵੰਬਰ ਨੂੰ ਡੇਟਡ ਇਹ ਜਿਹੜਾ ਬਰੀਫ ਆ ਉਹ ਸਟੇ ਆਰਡਰ ਆ ਬੇਸਿਕਲੀ ਐਲਾਨਿਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਜਿਹੜੇ 2 ਲੱਖ ਨਾਨ ਡੋਮਿਸਾਈਲਡ ਕਮਰਸ਼ੀਅਲ ਵਰਕਰਸ ਆ, ਡਰਾਈਵਰ ਸੀਗੇ,
ਹੁਣ ਇਸ ਸਟੇ ਦੇ ਨਾਲ ਇਸ ਅਪੀਲ ਕੋਰਟ ਦੇ ਜਿਹੜੇ ਸਟੇ ਦੇ ਮੁਤਾਬਕ ਉਹ ਕੰਮ ਕਰਦੇ ਰਹਿ ਸਕਦੇ ਆ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਬਗੈਰ ਵੀ। ਸੋ ਇਹ ਹੁਣ ਕਿੱਦਾਂ ਜਿਹੜੀ ਉਹ ਗੱਲ ਬਣੂਗੀ, ਕਿਉਂਕਿ ਕਨਫਿਊਜ਼ਨ ਬਹੁਤ ਆ। ਉਧਰ ਆਪਾਂ ਸਵੇਰੇ ਵੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਆਪਾਂ ਨੂੰ ਇਹ ਪਤਾ ਹੀ ਆ ਵੀ ਜਿਹੜੇ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਆ ਉਹਨਾਂ ਨੂੰ ਚਿੱਠੀਆਂ ਆਈਆਂ ਸਵੇਰੇ, ਕਈਆਂ ਨੇ ਜਿਹੜੇ ਇਸ ਦੇ ਵਿੱਚ ਜਿਹੜਾ ਆ ਉਹ ਹਰਜੋਤ ਸਿੰਘ ਜੀ ਦੱਸਿਆ ਸੀਗਾ। ਸੋ ਸਟੇ ਇਸ਼ੂ ਹੋਈ ਆ ਹੁਣ CDL ਦੇ ਜਿਹੜੇ ਲਾ ਸੂਟ ਨੂੰ ਜਿਹੜਾ ਉਹ ਲੈ ਕੇ। ਸੋ ਅੱਜ ਹੀ ਕੁਝ ਘੰਟੇ ਪਹਿਲੋਂ ਦੀ ਹੋਈ ਜਿਹੜੀ ਗੱਲ ਆ ਵੀ ਅਪੀਲ ਕੋਰਟ ਨੇ ਇੱਕ ਜਿਹੜੀ ਸਟੇ ਆ ਉਸ ਜਿਹੜੇ ਕਾਨੂੰਨ ਦੇ ਉੱਤੇ ਨਾਨ ਡੋਮਿਸਾਈਲਡ ਵਾਲੇ ਜਿਹੜੇ ਐਮਰਜੈਂਸੀ ਕਾਨੂੰਨ ਉਹਨਾਂ ਨੇ ਲਾਇਆ ਸੀ ਉਸ ਦੇ ਉਲਟ ਜਿਹੜੀ ਉਹ ਸਟੇ ਜਿਹੜੀ ਉਹ ਲਾ ਦਿੱਤੀ ਆ। ਸੋ ਅਦਾਲਤ ਦੇ ਮੁਤਾਬਕ ਜਿਹੜੇ ਅਪੀਲ ਕੋਰਟ ਦੇ ਮੁਤਾਬਕ ਜਿਹੜੇ ਨਾਨ ਡੋਮਿਸਾਈਲਡ CDL ਹੋਲਡਰ ਨੇ ਉਹ ਕੰਮ ਕਰਦੇ ਜਿਹੜੇ ਉਹ ਰਹਿ ਸਕਦੇ ਆ। ਇਹ ਪਰ ਤੁਸੀਂ ਹੁਣ ਆਪਣੀ ਖੁਦ ਦੀ ਪਰਸਨਲ ਜੱਜਮੈਂਟ ਕਰਨੀ ਆ, ਤੁਸੀਂ ਜਾਣਾ ਆ ਨਹੀਂ ਜਾਣਾ ਆ, ਕਿਵੇਂ ਜਿਹੜਾ ਉਹ ਹੋਣਾ ਆ, ਕਿਹੜੀਆਂ ਸਟੇਟਸ ਇਹਨਾਂ ਆਦੇਸ਼ਾਂ ਨੂੰ ਮੰਨਣਗੀਆਂ, ਕਿਹੜੀਆਂ ਨਹੀਂ ਮੰਨਣਗੀਆਂ, ਕਿਹੜੀਆਂ ਤੁਹਾਨੂੰ ਤਕਲੀਫ ਦੇ ਸਕਦੀਆਂ, ਕਿਹੜੀਆਂ ਨਹੀਂ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਆ। ਪਰ ਕਾਨੂੰਨੀ ਕਾਰਵਾਈ ਦੇ ਮੁਤਾਬਕ ਉਹਨਾਂ ਨੇ ਜਿਹੜੀ ਉਹ ਸਟੇ ਲਗਾ ਦਿੱਤੀ ਹੈਗੀ ਆ ਅਪੀਲ ਕੋਰਟ ਨੇ। ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦੇ ਵਿੱਚ ਮੋਨੋ ਕਾਉਂਟੀ ਦੇ ਵਿੱਚ ਇੱਕ ਅੱਗ ਲੱਗੀ ਹੈਗੀ ਆ। ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ ਕਾਫੀ ਤੇਜ਼ੀ ਨਾਲ ਕਹਿੰਦੇ ਫੈਲ ਰਹੀ ਆ। ਜਿਸ ਟਾਈਮ ਤੇ ਲੱਗੀ ਸੀ 1000 ਏਕੜ ਇੱਕਦਮ ਹੀ ਜਿਹੜੀ ਇਹ ਫੈਲ ਗਈ। ਹਾਈਵੇ 395 ਮੈਗੀ ਕ੍ਰੀਕ ਰੋਡ ਜੋ ਕਿ ਲੇਕ ਕਰੋਲੇ ਮੋਨੋ ਕਾਉਂਟੀ ਦੇ ਵਿੱਚ ਲੋਕੇਟਡ ਹੈਗੀ ਆ, 12 ਮੀਲ ਸਾਊਥ ਈਸਟ ਆਫ ਮੈਮੋਥ ਮਾਊਂਟੇਨ ਸਕੀ ਰਿਜ਼ੋਰਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਇਸ ਟਾਈਮ ਸੈਂਟਰਲ ਵੈਲੀ 'ਚ ਬੇ ਏਰੀਏ 'ਚ ਮੀਂਹ ਪੈ ਰਿਹਾ ਹੈਗਾ ਤੇ 50 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿੱਥੇ ਅੱਗ ਲੱਗੀ ਆ ਉੱਥੇ ਹਵਾਵਾਂ ਚੱਲ ਰਹੀਆਂ ਹੈਗੀਆਂ। ਫਾਇਰ ਫਾਈਟਰਸ ਇਹ ਕਹਿ ਰਹੇ ਆ ਵੀ ਮਕੀ ਟ੍ਰੇਲਰ ਪਾਰਕ ਜਿਹੜਾ ਆ ਉਹ ਇਸ ਅੱਗ ਦੇ ਨਾਲ ਇੰਪੈਕਟ ਹੋ ਸਕਦਾ, ਜਿੱਥੇ 10 ਤੋਂ ਲੈ ਕੇ 20 ਦੇ ਕਰੀਬ ਘਰ ਹੈਗੇ ਆ। ਸੋ ਫਾਇਰ ਫਾਈਟਰਸ ਆਲਰੇਡੀ ਇਹਨੂੰ ਫਾਈਟ ਕਰ ਰਹੇ ਆ। ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤੇ ਗਏ ਆ। ਮੈਮੋਥ ਲੇਕਸ ਮਿਡਲ ਸਕੂਲ ਦੇ ਵਿੱਚ ਲੋਕਾਂ ਨੂੰ ਡਰਾਇਆ ਗਿਆ ਹੈਗਾ। ਹਾਈਵੇ 395 ਵੀ ਜਿਹੜਾ ਸ਼ਟ ਡਾਊਨ ਕੀਤਾ ਗਿਆ। ਹੋਪਫੁਲੀ ਜਿਹੜਾ ਮੀਂਹ ਆ ਰਿਹਾ ਸੈਂਟਰਲ ਵੈਲੀ ਤੇ ਲਾਸ ਐਂਜਲਸ ਏਰੀਏ ਦੇ ਵਿੱਚ ਉਹਦੇ ਨਾਲ ਅੱਗ ਜਿਹੜੀ ਆ ਛੇਤੀ ਬੁਝ ਜਾਵੇ। ਜੀ ਹਰਜੋਤ ਸਿੰਘ ਜੀ, ਜਿਹੜਾ ਗਵਰਨਮੈਂਟ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਜਿਹੜੀ ਸਪੈਂਡਿੰਗ ਡੀਲ ਆ ਉਹ ਅਪਰੂਵ ਹੋਈ ਆ, ਟਰੰਪ ਹੁਣਾਂ ਨੇ ਸਾਈਨ ਕਰ ਦਿੱਤੇ ਆ। ਉਸ ਦੇ ਤਹਿਤ ਕਹਿੰਦੇ ਆ ਵੀ ਜਿਹੜੇ ਹੈਂਪ ਪ੍ਰੋਡਕਟ ਆ ਜਿਨ੍ਹਾਂ 'ਚ THC ਹੁੰਦੀ ਆ ਉਹਨਾਂ ਦੇ ਉੱਤੇ ਵੀ ਬੈਨ ਜਿਹੜਾ ਆ ਉਹ ਲਾ ਦਿੱਤਾ ਗਿਆ ਆ। ਸੋ THC ਜਿਹੜਾ ਬੈਨ ਆ ਕਹਿੰਦੇ ਵੀ ਉਹ ਇਸ ਟਾਈਮ ਦੁਬਾਰਾ ਲੱਗ ਚੁੱਕਾ ਆ। ਇਸ ਦੇ ਨਾਲ ਕਹਿੰਦੇ ਵੀ ਜਿਹੜੀ ਹੈਂਪ ਇੰਡਸਟਰੀ ਆ ਉਹ ਤਾਂ ਹੁਣ ਟੋਟਲੀ ਇੱਕ ਹਿਸਾਬ ਦੇ ਨਾਲ ਆਊਟ ਹੋ ਜਾਊਗੀ। ਬਹੁਤ ਜ਼ਿਆਦਾ ਕਹਿੰਦੇ ਵੀ ਉਸ ਦੇ ਵਿੱਚ ਵੀ ਭੰਬਲ ਭੂਸਾ ਜਿਹੜਾ ਉਹ ਬਣਿਆ। ਯਾਦ ਹੋਣਾ ਹਰਜੋਤ ਸਿੰਘ ਜੀ ਵੀ ਆਪਣੇ ਵੀ ਜਿਹੜੇ ਉਹ ਸੂਬੇ ਦੇ ਵਿੱਚ ਇਸ ਨੂੰ ਇੱਕ ਰੀਕ੍ਰੀਏਸ਼ਨਲ ਡਰੱਗ ਦੇ ਤੌਰ ਦੇ ਉੱਤੇ ਮਰਵਾਨਾ ਨੂੰ ਐਲਾਨਿਆ ਹੋਇਆ ਆ। ਬਹੁਤ ਸਾਰੇ ਜਿਹੜੇ ਸੂਬੇ ਮਿਲਾ ਦਾ 2 ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਇਸ ਨੂੰ ਵਰਤਣ ਦੀ ਇਜਾਜ਼ਤ ਦਿੱਤੀ ਹੋਈ ਹੈਗੀ ਆ। ਪਰ ਸ਼ਟਡਾਊਨ ਨੂੰ ਐਂਡ ਕਰਨ ਦੀ ਖਾਤਰ ਜਿਹੜੀ ਹੈਂਪ ਇੰਡਸਟਰੀ ਆ ਉਹ ਕਿਤੇ ਵੀ ਵਾਈਪ ਆਊਟ ਹੋ ਜਾਊਗੀ। ਟੈਕਸਸ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਹ ਬੈਨ ਉੱਥੇ ਲੋਕਲੀ ਜਿਹੜਾ ਉਹ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਇਹ ਜਿਹੜਾ ਬੈਨ ਆ ਇਸ ਸ਼ਟਡਾਊਨ ਦੀ ਡੀਲ ਨੂੰ ਖਤਮ ਕਰਨ ਦੇ ਵਿੱਚ ਦੁਬਾਰਾ ਜਿਹੜਾ ਉਹ ਲੱਗ ਗਿਆ ਆ। ਸੋ ਫੰਡਿੰਗ ਪੈਕੇਜ ਜਿਹੜੀ ਪਾਸ ਹੋਈ ਆ US ਹਾਊਸ ਦੇ ਵਿੱਚ ਸਾਈਨ ਕਰ ਦਿੱਤਾ ਗਿਆ ਹੈ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ। ਇਹਦੇ ਵਿੱਚ ਕਹਿੰਦੇ ਵੀ ਅਜਿਹੀ ਲੈਂਗੁਏਜ ਜਿਹੜੀ ਉਹ ਲਿਖੀ ਗਈ ਆ, ਕਹਿੰਦੇ ਵੀ ਸੇਲ ਆਫ ਹੈਂਪ ਡਰਾਈਵਡ ਪ੍ਰੋਡਕਟਸ ਜਿਹਦੇ ਵਿੱਚ 0.4 ਮਿਲੀਗ੍ਰਾਮ ਤੋਂ ਵੱਧ ਜਿਹੜੀ THC ਹੈ ਟੈਟਰਾ ਹਾਈਡਰੋ ਕੈਨੀਬਿਨੋਲ ਹੁੰਦੀ ਹੈ, ਜਿਹਨੂੰ THC ਸ਼ਾਰਟ 'ਚ ਕਹਿੰਦੇ ਆ। ਮੈਰੀਜੁਆਨਾ ਦਾ ਜਿਹੜਾ ਮੇਨ ਐਲੀਮੈਂਟ ਮੰਨਿਆ ਜਾਂਦਾ ਆ ਵੀ ਉਹ ਮੈਜਰ ਉਸ ਦੇ ਨਾਲ ਉਸ ਨੂੰ ਕ੍ਰਿਮੀਨਲਾਈਜ਼ ਕਰ ਦਿੱਤਾ ਗਿਆ ਆ। ਉਹਦਾ THC ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਦਵਾਈਆਂ ਜਿਹੜੀ THC ਜਿਹੜੀ ਆ ਉਹਦੇ ਨਾਲ ਜਿਹੜੀਆਂ ਜੁੜ ਕੇ ਜਿਹੜੀਆਂ ਉਹ ਬਣੀਆਂ ਆ। ਬਹੁਤ ਸਾਰੇ ਜਿਹੜੇ ਮੈਂਟਲ ਜਿਹੜੀ ਆ ਇਲਨੈਸ ਤੋਂ ਜਿਹੜੇ ਪੀੜਤ ਨੇ ਜਾਂ ਹੋਰ ਕਈ ਬਿਮਾਰੀਆਂ ਦੇ ਇਲਾਜਾਂ ਦੇ ਲਈ THC ਡਰਾਈਵਡ ਪ੍ਰੋਡਕਟਸ ਜਿਹੜੇ ਆ ਉਹਨਾਂ ਦਾ ਇੱਕ ਵੱਖਰੀ ਇੰਡਸਟਰੀ ਨਵੀਂ ਬਣ ਚੁੱਕੀ ਸੀ। ਪਰ ਹੁਣ ਕਹਿੰਦੇ ਵੀ ਇਸ ਝਟਕੇ ਦੇ ਨਾਲ THC ਡਰਾਈਵਡ ਜਿਹੜੀ ਇੰਡਸਟਰੀ ਆ ਉਸ ਦੇ ਉੱਤੇ ਕਾਫੀ ਵੱਡਾ ਜਿਹੜਾ ਉਹ ਅਸਰ ਪੈਣ ਜਾ ਰਿਹਾ ਹੈਗਾ। ਅੱਜ ਯੂਬਾ ਸਿਟੀ ਦੇ ਵਿੱਚ ਜਿਹੜਾ ਇੱਕ ਹਾਈ ਸਕੂਲ ਆ ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਬੰਬ ਥ੍ਰੈਟ ਆਈ ਸੀ। ਕਈ ਘੰਟੇ ਜਿਹੜਾ ਆ ਇਹ ਜਿਹੜੇ ਸਟਰ ਕਾਉਂਟੀ ਦੇ ਡਿਪਟੀਜ਼ ਆ ਉਹ ਇਸ ਨੂੰ ਇਨਵੈਸਟੀਗੇਟ ਕਰਦੇ ਰਹੇ ਹੈਗੇ ਆ। ਲੱਕਲੀ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਆ ਉਹ ਨਹੀਂ ਲੱਗੀ ਹੈਗੀ। ਜੀ ਤੇ ਹਰਜੋਤ ਸਿੰਘ ਜੀ, ਆਉਂਦੇ ਹੁਣ 1 ਵੀਕ ਦੇ ਲਈ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸਦਰਨ ਕੈਲੀਫੋਰਨੀਆ, ਨਰਦਰਨ ਕੈਲੀਫੋਰਨੀਆ ਸਾਰੇ ਹੀ ਪਾਸੇ
ਜਿਹੜੇ ਮੀਂਹ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਜਿਹੜੀਆਂ ਉਹ ਦੱਸੀਆਂ ਜਿਹੜੀਆਂ ਉਹ ਜਾ ਰਹੀਆਂ ਆ। ਰੋਜ਼ਾਨਾ ਹੀ ਕਿਤੇ ਨਾ ਕਿਤੇ ਜਿਹੜਾ ਉਹ ਮੀਂਹ ਪੈਣਾ ਆ। ਸੋ ਸਿਆਲਾਂ ਦਾ ਆਗਾਜ਼ ਜਿਹੜਾ ਇਸ ਚੀਜ਼ ਦੇ ਵਿੱਚ ਹੋ ਰਿਹਾ ਆ। ਡਰਾਈਵਿੰਗ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਬਹੁਤ ਵਾਰੀ ਆਪਾਂ ਹਰ ਸਾਲ ਹੀ ਆਪਾਂ ਜਿਹੜਾ ਇਹ ਗੱਲ ਕਰਦੇ ਹਾਂ, ਦੇਖਦੇ ਹਾਂ ਵੀ ਜਦੋਂ ਵੀ ਅਕਸਰ ਪਹਿਲੇ ਜਿਹੜੇ ਉਹ ਮੀਂਹ ਪੈਂਦੇ ਹਰਜੋਤ ਸਿੰਘ ਜੀ, ਉਦੋਂ ਇੱਦਾਂ ਲੱਗਦਾ ਹੁੰਦਾ ਵੀ ਡਰਾਈਵਰਸ ਦੇ ਡਰਾਈਵਿੰਗ ਭੁੱਲ ਗਏ ਆ। ਸੋ ਸਮਾਂ ਵੱਧ ਲੈ ਕੇ ਚੱਲੋ ਤੇ ਹੌਲੀ ਚੱਲਣ ਦੀ ਜਿਹੜੀ ਕਿਰਪਾਲਤਾ ਹੈ ਉਹ ਕਰੋ। ਮੇਕ ਸ਼ੋਰ ਕਰੋ ਵੀ ਭਾਈ ਤੁਹਾਡੇ ਜਿਹੜੇ ਵਾਈਪਰ ਵਗੈਰਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਚੱਲ ਰਹੀਆਂ। ਦੱਸਣ ਦੀ ਵੈਸੇ ਲੋੜ ਤਾਂ ਨਹੀਂ ਹੁੰਦੀ, ਪਰ ਫਿਰ ਵੀ ਇੱਕ ਆਪਾਂ ਅਗਾਹ ਪਬਲਿਕ ਸਰਵਿਸ ਅਨਾਊਂਸਮੈਂਟ ਦੇ ਤੌਰ ਦੇ ਉੱਤੇ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾ ਰਹੇ ਹਾਂ। ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਦੀ ਗੱਲ ਕਰ ਲਈਏ, BBC ਜਿਹੜੇ ਉਹਨਾਂ ਨੇ ਹੁਣ ਮਾਫੀ ਮੰਗੀ ਹੈ ਟਰੰਪ ਹੋਣਾ ਤੋਂ। ਤੇ ਟਰੰਪ ਹੋਣਾ ਨੇ ਕੰਪਨਸੇਸ਼ਨ ਜਿਹੜੀ ਉਹ ਮੰਗੀ ਸੀ। 6 ਜਨਵਰੀ ਵਾਲਾ ਜਿਹੜਾ ਇੱਕ ਪੈਨੋਰਾਮਾ ਐਡਿਟ ਉਹਨਾਂ ਨੇ ਜਿਹੜਾ ਕੀਤਾ ਸੀ, ਜਿਸ ਵਿੱਚ ਕਈ ਗੱਲਾਂ ਟਰੰਪ ਹੋਣਾ ਦੀਆਂ ਉਹਨਾਂ ਨੇ ਲੁਕਾ ਰਹੀਆਂ ਸੀਗੀਆਂ। ਸੋ ਜਿਹੜੇ ਟਰੰਪ ਉਹਨਾਂ ਦੇ ਲਾਇਰਸ ਆ, ਉਹਨਾਂ ਨੇ BBC ਨੂੰ ਕਿਹਾ ਵੀ ਤੁਹਾਡੇ $1 ਬਿਲੀਅਨ ਦਾ ਲਾਸੂਟ ਜਿਹੜਾ ਉਹ ਕਰਾਂਗੇ ਅਨਲੈਸ ਜਿਹੜਾ ਕੋਆਪਰੇਸ਼ਨ ਆ ਉਹ ਰੀਟਰੈਕਸ਼ਨ, ਅਪੋਲੋਜਾਈਜ਼ ਤੇ ਕੰਪਨਸੇਟ ਜਿਹੜਾ ਉਹਨਾਂ ਨੂੰ ਨਹੀਂ ਕਰਦਾ ਹੈਗਾ। ਕੰਪਨਸੇਟ ਕਰਨ ਤੋਂ BBC ਨੇ ਨਾ ਕਰ ਦਿੱਤੀ ਆ, ਪਰ ਉਹਨਾਂ ਨੇ ਮਾਫੀ ਜਿਹੜੀ ਆ ਉਸ ਮਾਮਲੇ ਦੇ ਵਿੱਚ ਕਰ ਲਈ ਹੈਗੀ ਆ। ਸੋ ਕਹਿੰਦੇ ਵੀ ਅਪੋਲੋਜੀ ਹੁਣ ਉਦੋਂ ਜਿਹੜੀ ਉਹ ਆਈ ਆ ਵੀ ਜਿਹੜੇ ਇੱਕ ਹੋਰ ਐਡੀਟਡ ਕਲਿੱਪ, ਜਿਹੜਾ ਦੂਜਾ ਐਡੀਟਡ ਕਲਿੱਪ ਆ, ਉਹ ਜਿਹੜੇ ਉੱਥੇ ਨਿਊਜ਼ ਨਾਈਟ 2022 ਨੂੰ ਜਿਹੜਾ ਆ ਉਹ ਪੇਸ਼ ਜਿਹੜਾ ਉਹ ਕੀਤਾ ਗਿਆ ਸੀ, ਜਿਹਨੂੰ ਉੱਥੋਂ ਦੀ ਡੇਲੀ ਟੈਲੀਗ੍ਰਾਫ ਨੇ ਹੁਣ ਜਿਹੜਾ ਉਹ ਦੱਸਿਆ, ਰਿਵੀਲ ਕੀਤਾ ਆ। ਅੱਜ ਕਹਿੰਦੇ ਵੀ ਕਰੈਕਸ਼ਨ ਤੇ ਕਲੈਰੀਫਿਕੇਸ਼ਨ ਸੈਕਸ਼ਨ ਦੇ ਵਿੱਚ BBC ਨੇ ਕਿਹਾ ਵੀ ਜਿਹੜਾ ਉਹਨਾਂ ਦਾ ਪੈਨੋਰਾਮਾ ਪ੍ਰੋਗਰਾਮ ਆ, ਜਿਸ ਨੂੰ ਉਹਨਾਂ ਨੇ ਰਿਵਿਊ ਕੀਤਾ ਕ੍ਰਿਟਿਸਿਜ਼ਮ ਤੋਂ ਬਾਅਦ ਦੇ ਵਿੱਚ, ਤੇ ਉਹਨਾਂ ਨੇ ਮੰਨਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਪੀਚ ਨੂੰ ਉਹਨਾਂ ਨੇ ਐਡਿਟ ਜਿਹੜਾ ਉਹ ਕੀਤਾ ਸੀ। ਕਹਿੰਦੇ ਇਹ ਕਹਿ ਰਹੇ ਆ, ਜਿੱਦਾਂ ਸਾਰੇ ਜਾਣੇ ਕਹਿੰਦੇ ਵੀ ਸਾਡੀ ਤੇ ਜ਼ਿੰਮੇਵਾਰੀ ਬਾੜੀ ਨਹੀਂ ਹੁੰਦੀ, ਤਾਂ ਅਕਸਰ ਹੀ ਕਹਿ ਦਿੱਤੀ ਜਾਂਦੇ ਜੇ ਕੋਈ ਗਲਤੀ ਹੁੰਦੀ ਆ। ਕਹਿੰਦੇ ਵੀ ਐਡਿਟ ਅਨਇੰਟੈਂਸ਼ਨਲੀ ਜਿਹੜੀ ਉਹ ਕ੍ਰੀਏਟ ਕਰ ਗਈ ਇੰਪ੍ਰੈਸ਼ਨ ਵੀ ਅਸੀਂ ਜਿਹੜਾ ਸਿੰਗਲ ਕੰਟੀਨਿਊਸ ਸੈਕਸ਼ਨ ਜਿਹੜਾ ਸਪੀਚ ਦਾ ਜਿਹੜਾ ਉਹ ਦਿਖਾ ਰਿਹਾ ਸੀ, ਜਦ ਕਿ ਉਹਦੇ ਵਿੱਚ ਕੱਟ ਜਿਹੜਾ ਉਹ ਵੱਖ-ਵੱਖ ਥਾਵਾਂ ਤੋਂ ਲਗਾਇਆ ਗਿਆ ਸੀਗਾ। ਸੋ ਮਾਫੀ ਮੰਗੀ ਆ, ਪਰ ਹਰਜਾਨਾ ਦੇਣ ਤੋਂ BBC ਨੇ ਨਾ ਕਰ ਦਿੱਤਾ ਹੈ। ਅੱਜ ਕਰਨ ਕਾਉਂਟੀ ਦੇ ਵਿੱਚ ਬੇਕਰਸਫੀਲਡ ਦੇ ਲਾਗੇ ਇੱਕ ਬਹੁਤ ਵੱਡਾ ਜਿਹੜਾ ਕਸੀਨੋ ਆ, ਹਾਰਡ ਰੌਕ ਕਸੀਨੋ ਤੇਹਾਨ ਖੁੱਲਿਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਕਈ 8-8 ਘੰਟੇ ਜਿਹੜੇ ਆ ਉਹ ਵੇਟ ਕਰਦੇ ਰਹੇ। ਇੰਨੀ ਅਰਲੀ ਉਹ ਪਹੁੰਚੇ ਹੋਏ ਸੀ। ਤੇ ਇਹਦੇ ਨਾਲ ਹੋਣੇ ਨਾ ਸ਼ੁਰੂਆਤ ਦੇ ਵਿੱਚ, ਸੋ ਇਹਦੇ ਨਾਲ ਇਸ ਕਸੀਨੋ ਖੁੱਲਣ ਦੇ ਨਾਲ ਕਹਿੰਦੇ ਵੀ ਉਸ ਏਰੀਏ ਦੇ ਵਿੱਚ ਜੌਬਸ ਬੜੀਆਂ ਕ੍ਰੀਏਟ ਹੋਣੀਆਂ ਹੈਗੀਆਂ, ਟੂਰਿਜ਼ਮ ਨੂੰ ਵਾਧਾ ਹੋਊਗਾ, ਬਿਜ਼ਨਸ ਵਧੂਗੇ। ਪਰ ਇੱਕ ਗੱਲ ਇਹ ਵੀ ਆ ਵੀ ਕਹਿੰਦੇ ਡਰੰਕ ਡਰਾਈਵਿੰਗ ਵੀ ਕਾਫੀ ਜ਼ਿਆਦਾ ਵਧੂਗੀ। ਸੋ ਇਹ ਵੀ ਜਿਹੜਾ ਇੱਕ ਉਹਦਾ ਜਿਹੜਾ ਨੈਗੇਟਿਵ ਇਫੈਕਟ ਹੁੰਦਾ ਹੈਗਾ। ਕਸੀਨੋ ਫਲੋਰ ਦੇ ਵਿੱਚ ਬਹੁਤ ਕੁਝ ਹੈਗਾ ਆ। ਕਹਿੰਦੇ ਵੀ ਇਹ ਇਸ ਏਰੀਏ ਦਾ ਸਭ ਤੋਂ ਵੱਡਾ ਜਿਹੜਾ ਕਸੀਨੋ ਆ, ਤੇ ਟੋਟਲੀ ਜਿਹੜਾ ਨਵਾਂ ਕਸੀਨੋ ਬਣਿਆ ਆ। ਹੁਣ ਇਹ ਤੋਂ ਬਾਅਦ ਹੋਟਲ, ਰਿਜ਼ੋਰਟਸ, ਹੋਰ ਕਈ ਕੁਛ ਉੱਥੇ ਕੰਸਟਰਕਟ ਹੋਣ ਜਾ ਰਹੇ ਹੈਗੇ ਆ। ਜੀ, ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ। 700 ਤੇ 98 ਪੁਆਇੰਟ ਘਟ ਕੇ 47,000 ਤੇ 457 ਤੇ ਬੰਦ ਹੋਇਆ। S&P 113 ਪੁਆਇੰਟ ਘਟ ਕੇ 6700 ਤੇ 37। ਨੈਸਡੈਕ 536 ਪੁਆਇੰਟ ਘਟ ਕੇ 22,800 ਤੇ 70 ਤੇ ਬੰਦ ਹੋਇਆ। ਸੋਨੇ ਦਾ ਭਾਅ $4192 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ। 10 year yield 4.12%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 99,216 ਤੇ ਇਥੀਰੀਅਮ 3200 ਤੇ $18 ਦੇ ਬਰਾਬਰ ਚੱਲ ਰਿਹਾ। ਬਿਟਕੋਇਨ ਕ੍ਰਿਪਟੋ ਕਰੰਸੀ ਬੜੇ ਚਿਰਾਂ ਬਾਅਦ $1 ਲੱਖ ਤੋਂ ਥੱਲੇ ਜਿਹੜੇ ਆ ਉਹ ਕੀਮਤ ਦੇ ਉੱਤੇ ਪਹੁੰਚਿਆ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 20 ਪੈਸੇ, ਤੇ $1 ਦੇ ਬਰਾਬਰ ਇੰਡੀਆ ਦੇ $88 ਤੇ 99 ਪੈਸੇ। ਆਲਮੋਸਟ $99 ਹੋ ਗਏ ਹੈਗੇ ਆ $1 ਦੇ ਬਰਾਬਰ। ਜੀ, ਤੇ ਉਧਰ ਜਿਹੜਾ ਅੱਜ ਉੱਥੇ ਦੀ ਜਿਮਣੀ ਚੋਣ ਤੇ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਵੀ ਜਿਹੜੇ ਉਹ ਆਉਣਗੇ। ਸੋ ਕੱਲ ਨੂੰ ਸਵੇਰ ਨੂੰ ਆਪਾਂ ਜਿਹੜਾ ਉਹ ਜਿਹੜੇ ਨਤੀਜਿਆਂ ਨੂੰ ਇਸ ਦੇ ਵਿੱਚ ਡਿਸਕਸ ਜਿਹੜਾ ਉਹ ਕਰਾਂਗੇ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।